ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਚੱਕ ਦੇ ਟੀਵੀ ਦੇ ਪ੍ਰੋਗਰਾਮ ਪੱਖ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ 'ਚ ਕੁਝ ਤਾਜ਼ਾ ਤਰੀਨ ਖਬਰਾਂ ਤੇ ਕੁਝ ਨੁਕਤਿਆਂ ਦੇ ਉੱਤੇ ਅਸੀਂ ਚਰਚਾ ਕਰਦੇ ਹਾਂ ਤਾਂ ਕਿ ਉਸ ਨੁਕਤੇ ਜਾਂ ਉਸ ਖਬਰ ਦੀ ਸੱਚਾਈ ਖੁੱਲ੍ਹ ਕੇ ਤੁਹਾਡੇ ਅੱਗੇ ਆ ਸਕੇ। ਔਰ ਇਸ ਕੋਸ਼ਿਸ਼ 'ਚ ਬਕਾਇਦਾ ਸਟੂਡੀਓ 'ਚ ਮੇਰੇ ਨਾਲ ਮੌਜੂਦ ਰਹਿੰਦੇ ਨੇ ਉੱਘੇ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਦੇਸਰਾਜ ਕਾਲੀ ਜੀ। ਕਾਲੀ ਜੀ ਜੀ ਆਇਆਂ ਕਿਸੇ ਨੇ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ ਜੀ। ਸੀਨੀਅਰ ਪੱਤਰਕਾਰ ਰਾਕੇਸ਼ ਆਨੰਦ ਵੀ ਸਾਡੇ ਨਾਲ ਮੌਜੂਦ ਰਹਿਣਗੇ। ਆਨੰਦ ਜੀ ਤੁਹਾਨੂੰ ਵੀ ਜੀ ਆਇਆਂ ਕਹਿੰਦੇ ਆ। ਔਰ ਸਾਡੇ ਸਹਿਯੋਗੀ ਪੱਤਰਕਾਰ ਗੁਰਵਿੰਦਰ ਸੰਧੂ ਵੀ ਮੌਜੂਦ ਰਹਿਣਗੇ। ਸੰਧੂ ਸਾਹਿਬ ਤੁਹਾਨੂੰ ਵੀ ਖੁਸ਼ ਆਮਦੀਦ ਹੈ ਪ੍ਰੋਗਰਾਮ। ਮਿਹਰਬਾਨੀ ਜਸਵੀਰ। ਸੋ ਸ਼ੁਰੂਆਤ ਇਸ ਪ੍ਰੋਗਰਾਮ ਦੀ ਕਰਦੇ ਹਾਂ ਕਿ ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਜਿਹੜਾ ਉਹ ਆਰੰਭ ਹੋ ਗਿਆ ਹੈ। ਅੱਜ ਬਾਅਦ ਦੁਪਹਿਰ ਇਹ ਮੌਨਸੂਨ ਇਜਲਾਸ ਸ਼ੁਰੂ ਹੋਇਆ ਜਿਸ ਦੌਰਾਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਔਰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਰਵਾਇਤ ਮੁਤਾਬਕ ਇਹ ਸਦਨ ਜਿਹੜਾ ਆ ਉਹ ਉਠਾ ਦਿੱਤਾ ਗਿਆ ਹੈ ਹੁਣ ਸੋਮਵਾਰ ਤੱਕ ਲਈ, ਕਿਉਂਕਿ ਸ਼ਨੀਵਾਰ ਐਤਵਾਰ ਕੱਲ ਤੇ ਪਰਸੋਂ ਛੁੱਟੀ ਰਹੇਗੀ ਔਰ ਉਸ ਤੋਂ ਬਾਅਦ ਸੋਮਵਾਰ ਨੂੰ ਦੁਬਾਰਾ ਇਹਦੀ ਕਾਰਵਾਈ ਸ਼ੁਰੂ ਹੋਏਗੀ। ਸੋਮਵਾਰ ਦੀ ਕਾਰਵਾਈ ਤੋਂ ਬਾਅਦ ਇਸ ਸਦਨ ਦੇ ਵਿੱਚ ਖਾਸਾ ਹੰਗਾਮਾ ਹੋਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਸੋਮਵਾਰ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਜਾਣੀ ਹੈ ਵਿਧਾਨ ਸਭਾ ਦੇ ਵਿੱਚ ਔਰ ਉਸ ਤੋਂ ਬਾਅਦ ਉਹਦੇ ਤੇ ਬਹਿਸਬਾਜ਼ੀਆਂ ਹੋਣਗੀਆਂ। ਪਰ ਜਿੱਦਾਂ ਦੀ ਸੰਭਾਵਨਾ ਸੀਗਾ ਕਿ ਅੱਜ ਸ਼ਾਂਤੀਪੂਰਵਕ ਸਭ ਕੁਝ ਨਿਪਟ ਜਾਏਗਾ, ਸਭ ਕੁਝ ਚੁੱਪ ਚਪੀਤੇ ਹੋ ਜਾਏਗਾ, ਉਹੋ ਜਿਹਾ ਕੁਝ ਹੁੰਦਾ ਨਜ਼ਰ ਨਹੀਂ ਆਇਆ। ਬੇਸ਼ੱਕ ਅੰਦਰ ਵਿਧਾਨ ਸਭਾ ਦੇ ਜ਼ਰੂਰ ਸ਼ਾਂਤੀ ਰਹੀ ਪਰ ਬਾਹਰ ਜਿਹੜਾ ਉਹ ਖਾਸੀ ਗਹਿਮਾ ਗਹਿਮੀ ਬਣੀ ਹੋਈ ਨਜ਼ਰ ਆਈ, ਕਿਉਂਕਿ ਇੱਕ ਪਾਸੇ ਸੁਖਪਾਲ ਖਹਿਰਾ ਧੜੇ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਔਰ ਉਸ ਧਰਨੇ ਪ੍ਰਦਰਸ਼ਨ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਸੁਖਪਾਲ ਖਹਿਰਾ ਨੇ ਇਹ ਮੰਗ ਰੱਖੀ ਕਿ ਇਸ ਇਜਲਾਸ ਦਾ ਸਮਾਂ ਜਿਹੜਾ ਆ ਹੋਰ ਵਧਾਇਆ ਜਾਵੇ ਔਰ ਇਹਦੇ ਨਾਲ ਸਿਰਫ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੀ ਨਹੀਂ ਬਲਕਿ ਪੰਜਾਬ ਦੇ ਜਿਹੜੇ ਬਾਕੀ ਭੱਖ ਦੇ ਮਸਲੇ ਨੇ, ਜਿਨ੍ਹਾਂ ਦੇ ਵਿੱਚ ਕਿਸਾਨੀ ਦਾ ਮਸਲਾ ਆ, ਨਸ਼ਿਆਂ ਦਾ ਮਾਮਲਾ ਆ ਜਾਂ ਫਿਰ ਬੇਰੁਜ਼ਗਾਰ ਹੋ ਰਹੀ ਨੌਜਵਾਨੀ ਦਾ ਮਾਮਲਾ ਆ, ਉਸ ਪਾਸੇ ਵੱਲ ਵੀ ਧਿਆਨ ਦਿੱਤਾ ਜਾਵੇ, ਉਹਨਾਂ ਨੁਕਤਿਆਂ ਦੇ ਉੱਤੇ ਵੀ ਚਰਚਾ ਕੀਤੀ ਜਾਵੇ। ਅਕਾਲੀ ਦਲ ਆਪਣੀ ਰਣਨੀਤੀ ਬਣਾਉਣ ਦੇ ਵਿੱਚ ਲੱਗਾ ਹੋਇਆ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਬਿਕਰਮ ਮਜੀਠੀਆ ਹੋਰੀ ਇੱਕ ਵਾਰ ਫਿਰ ਇਨਜਸਟਿਸ ਕਮਿਸ਼ਨ ਕਹਿ ਕੇ ਭੰਡਦੇ ਹੋਏ ਜਿਹੜਾ ਉਹ ਨਜ਼ਰ ਆ ਰਹੇ ਸੀਗੇ ਔਰ ਉਹਨਾਂ ਨੇ ਇੱਕ ਵਾਰ ਫਿਰ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਆਪਣਾ ਨਿਸ਼ਾਨਾ ਵਿੰਨਿਆ ਆ। ਬਾਕੀ ਚੀਜ਼ਾਂ ਤੇ ਗੱਲਾਂ ਕਰਨ ਦੀ ਪਹਿਲ ਬਾਅਦ 'ਚ ਕਰਾਂਗੇ, ਪਰ ਜ਼ਰੂਰੀ ਇਹ ਹੈ ਕਿ ਵਿਧਾਨ ਸਭਾ ਦੇ ਇਜਲਾਸ ਦੇ ਇਸ ਥੋੜ੍ਹ ਚਿਰੇ ਹੋਣ ਦੇ ਵਿੱਚ ਤੇ ਇਹਦੇ ਵਿੱਚ ਕਾਂਗਰਸ ਦੀ ਕਿਹੜੀ ਰਾਜਨੀਤੀ ਤੇ ਰਣਨੀਤੀ ਹੈ ਉਹਦੇ ਬਾਰੇ ਦੇਸਰਾਜ ਕਾਲੀ ਜੀ ਚਰਚਾ ਜ਼ਰੂਰ ਕਰ ਲਈਏ। ਚੰਗਾ ਭਲਾ ਪਤਾ ਹੈ ਕਿ ਜੇ ਅਸੀਂ 24 ਤਰੀਕ ਨੂੰ ਇਜਲਾਸ ਰੱਖਦੇ ਹਾਂ ਤੇ ਵਿੱਚ 25 ਤੇ 26 ਦੀ ਛੁੱਟੀ ਆ ਜਾਣੀ ਹੈ ਸ਼ਨੀ ਐਤਵਾਰ ਦੀ, ਬਾਵਜੂਦ ਇਸ ਦੇ ਕਾਂਗਰਸ ਵੱਲੋਂ ਇਹ ਰੱਖਿਆ ਜਾਂਦਾ ਹੈ। ਉਹਦੇ ਤੋਂ ਬਾਅਦ ਮਹਿਜ਼ 2 ਦਿਨ ਦਾ ਇਜਲਾਸ ਰਹਿ ਜਾਂਦਾ ਹੈ ਸਹੀ ਮਾਇਨਿਆਂ ਦੇ ਵਿੱਚ ਦੇਖਿਆ ਜਾਵੇ, ਕਿਉਂਕਿ ਪਹਿਲਾ ਦਿਨ ਤਾਂ ਅੱਜ ਸ਼ਰਧਾਂਜਲੀਆਂ ਭੇਂਟ ਕਰਨ ਦੇ ਵਿੱਚ ਨਿਕਲ ਗਿਆ ਤੇ 2 ਦਿਨਾਂ ਦੇ ਵਿੱਚ ਕੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪੂਰੀ ਰਿਪੋਰਟ ਰੱਖੀ ਜਾ ਸਕੇਗੀ? ਪਹਿਲਾਂ ਤਾਂ ਇਹੀ ਵੱਡਾ ਸਵਾਲ ਹੈ, ਕਿਉਂਕਿ ਬਹੁਤ ਵੱਡੀ ਰਿਪੋਰਟ ਹੈ। ਪਹਿਲੀ ਰਿਪੋਰਟ ਜਿਹੜੀ ਸੀ, ਪਹਿਲਾ ਹਿੱਸਾ ਸੀਗਾ ਉਹੀ 100 ਤੋਂ ਵੱਧ ਪੰਨਿਆਂ ਦਾ ਆ, ਤੇ ਜੇ ਉਹ ਰਿਪੋਰਟ ਰੱਖੀ ਜਾਂਦੀ ਹੈ ਤੇ ਕੀ ਉਹਦੇ ਤੇ ਪੂਰਨ ਰੂਪ ਦੇ ਵਿੱਚ ਸਹੀ ਤਰੀਕੇ ਨਾਲ ਚਰਚਾ ਹੋ ਪਾਏਗੀ ਜਾਂ ਕਾਂਗਰਸ ਨੇ ਸਿਰਫ ਨਾਮ ਹੀ ਕੀਤਾ ਆ ਕਿ ਅਸੀਂ ਇਜਲਾਸ ਕਰਨਾ ਸੀਗਾ ਮੌਨਸੂਨ ਦਾ, ਉਹ ਅਸੀਂ ਇਜਲਾਸ ਕਰ ਲਿਆ, ਭਾਵੇਂ ਥੋੜ੍ਹਾ ਚਿਰਾ ਕੀਤਾ ਤੇ ਭਾਵੇਂ ਬਹੁਤ ਚਿਰਾ ਕੀਤਾ, ਉਹ ਉਹਨਾਂ ਨੇ ਖਾਨਾ ਪੂਰਤੀ ਕਰ ਦਿੱਤੀ ਹੈ। ਜਾਂ ਜਸਵੀਰ ਖਾਨਾ ਪੂਰਤੀ ਹੀ ਕਵਾਂਗੇ। ਅੱਜ ਇੱਕ ਅੱਛੀ ਗੱਲ ਕਹਿ ਰਹੇ ਸਨ ਸੁਖਪਾਲ ਖਹਿਰਾ ਹੋਰੀ, ਜਿਸ ਵੇਲੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ, ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਕਹਿੰਦੇ ਸੀਗੇ ਕਿ ਵਿਧਾਨ ਸਭਾ ਦੇ ਸੈਸ਼ਨ 'ਚ ਇੱਕ ਦਿਨ 70 ਲੱਖ ਰੁਪਈਆ ਖਰਚਿਆ ਜਾਂਦਾ ਹੈ। ਉਹ ਕਹਿੰਦੇ ਸੀ ਕਿ ਇੱਕ ਦਿਨ 'ਚ ਸਿਰਫ 15 ਮਿੰਟ ਸੈਸ਼ਨ ਚਲਾ ਕੇ ਤੇ 70 ਲੱਖ ਉਡਾ ਦੇਣਾ ਕਿੱਧਰਲੀ ਸਿਆਣਪ ਆ ਜੀ। ਔਰ ਡਿਮਾਂਡ ਉਹਨਾਂ ਦੀ ਇਹ ਸੀ ਕਿ ਸ਼ਰਧਾਂਜਲੀਆਂ ਦੇ ਕੇ, ਵਿਛੜੀਆਂ ਆਤਮਾਵਾਂ ਨੂੰ ਸ਼ਰਧਾਂਜਲੀਆਂ ਦੇ ਕੇ 15 ਮਿੰਟ ਲਈ ਹਾਊਸ ਉਠਾ ਦਿੱਤਾ ਜਾਵੇ ਜੀ ਔਰ ਉਸ ਤੋਂ ਬਾਅਦ ਫਿਰ ਸੈਸ਼ਨ ਸ਼ੁਰੂ ਕਰਕੇ ਤੇ ਬਹਿਸ ਕਰਵਾਈ ਜਾਵੇ ਅਲੱਗ-ਅਲੱਗ ਇਸ਼ੂਜ਼ ਨੂੰ ਲੈ ਕੇ।
ਪਰ ਹੁਣ ਅਸੀਂ ਸਰਕਾਰ ਦਾ ਐਟੀਟਿਊਡ ਕੀ ਦੇਖਦੇ ਹਾਂ ਕਿ ਸਰਕਾਰ ਸਾਲ ਤੋਂ ਉੱਪਰ ਹੋ ਗਿਆ ਹੈ। ਅਸੀਂ ਕਹਿੰਦੇ ਸੀਗੇ ਵੀ ਜਦੋਂ 7 ਮਹੀਨੇ ਹੋਏ ਸਨ, 8 ਮਹੀਨੇ, ਤਾਂ ਪੋਲ ਖੋਲ ਰੈਲੀਆਂ ਸ਼ੁਰੂ ਕਰ ਦਿੱਤੀਆਂ ਅਕਾਲੀਆਂ ਨੇ। ਭਾਈ ਹੁਣ ਉਹ 4 ਮਹੀਨੇ ਤੁਹਾਡੇ ਹੋਰ ਹੋ ਗਏ, ਉਦੋਂ ਬਹੁਤ ਜਲਦੀ ਸੀ, ਬਹੁਤ ਕਾਹਲ ਸੀ ਜੀ। ਹੁਣ ਸਾਲ ਟੱਪ ਗਿਆ ਸਰਕਾਰ ਦਾ ਤੇ ਸਰਕਾਰ ਕੋ ਦਿਖਾਉਣ ਲਈ ਕੁਝ ਨਹੀਂ ਹੈ। ਹੁਣ ਪੋਲ ਖੋਲ ਰੈਲੀਆਂ ਦੀ ਜਗ੍ਹਾ ਵਿਧਾਨ ਸਭਾ ਦੇ ਵਿੱਚ ਆਣ ਕੇ ਬੋਲਣ ਦਾ ਮੌਕਾ ਆ। ਉਹ ਸਾਰੇ ਦੇ ਸਾਰੇ ਇਸ਼ੂਜ਼ ਜਿਹਦੇ ਨਾਲ ਅਸੀਂ ਜੂਝ ਰਹੇ ਹਾਂ, ਜਿਹਦੇ ਵਿੱਚ ਐਜੂਕੇਸ਼ਨ ਦਾ ਬਹੁਤ ਵੱਡਾ ਇਸ਼ੂ ਆ, ਅਸੀਂ ਧਿਆਨ ਨਹੀਂ ਦੇ ਪਾ ਰਹੇ। ਸਾਡੇ ਯੂਨੀਵਰਸਿਟੀਆਂ ਪ੍ਰਾਈਵੇਟਾਈ ਕਰਨ ਦੇ ਨਾਲ, ਕਾਲਜਿਸ ਨੂੰ ਅਖਤਿਆਰ ਦੇਣ ਨਾਲ, ਪ੍ਰਾਈਵੇਟ ਕਾਲਜ ਅਖਤਿਆਰ ਦੇਣ ਦੇ ਨਾਲ ਆਟੋਨਮਸ ਬਾਡੀ ਬਣਾ ਦਿੱਤੀਆਂ, ਔਰ ਉਹਦੇ ਨਾਲ ਐਜੂਕੇਸ਼ਨ ਦਾ ਮਿਆਰ ਉੱਪਰ ਨਹੀਂ ਗਿਆ, ਨਿਘਾਰ ਆਇਆ ਮਿਆਰ ਦੇ ਵਿੱਚ, ਡਾਊਨ ਗਿਆ ਆ, ਔਰ ਫੀਸਾਂ ਦੇ ਵਿੱਚ ਇੰਨਾ ਬੇਤਹਾਸ਼ਾ ਵਾਧਾ ਕਰ ਦਿੱਤਾ ਗਿਆ ਆ, ਉਹਨਾਂ 'ਤੇ ਕੋਈ ਚੈੱਕ ਨਹੀਂ ਹੈ ਸਰਕਾਰ ਦਾ। ਔਰ ਜੇ ਤੁਹਾਨੂੰ ਕੁਆਲਿਟੀ ਨਹੀਂ ਮਿਲੇਗੀ ਐਜੂਕੇਸ਼ਨ ਦੀ, ਫੀਸਾਂ ਉਨੀਆਂ ਦੇਣੀਆਂ ਪੈਣਗੀਆਂ, ਤਾਂ ਕਿਉਂ ਨਹੀਂ ਸਾਡਾ ਨੌਜਵਾਨ ਜਿਹੜਾ ਹੈ ਉਹ ਤਰਜੀਹ ਦੇਗਾ ਕਿ ਉਹ ਬਾਹਰ ਪੜ੍ਹੇ, ਵਿਦੇਸ਼ਾਂ 'ਚ ਪੜ੍ਹੇ, ਅਪਡੇਟ ਹੋਏਗਾ ਜੀ। ਮੈਂ ਹੈਰਾਨ ਰਹਿ ਜਾਂਦਾ ਜਸਵੀਰ ਕਿ ਅੱਜ ਜ਼ਰੂਰਤ ਜਿਹੜੀ ਆ, ਅੱਜ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸੀਆ ਦਾ ਦੌਰ ਹੈ। ਅੱਜ ਤੁਸੀਂ ਮੀਡੀਵਲ ਪੀਰੀਅਡ ਦੇ ਲਿਟਰੇਚਰ ਨੂੰ ਪੜ੍ਹਾ ਕੇ ਵਿਦਿਆਰਥੀਆਂ ਨੂੰ ਕਿੱਥੇ ਲਿਜਾਣਾ ਚਾਹੁੰਦੇ ਆ ਜੀ? ਤੁਸੀਂ ਉਹਨਾਂ ਨੂੰ ਸਕਿਲਡ ਬਣਾਓ ਤਾਂ ਕਿ ਉਹ ਅੱਜ ਦੀ ਆਉਣ ਵਾਲੀ ਕ੍ਰਾਂਤੀ ਦੇ ਹਾਣ ਦੇ ਹੋ ਸਕਣ। ਬਿਲਕੁਲ। ਤਾਂ ਸਾਡਾ ਸਿਲੇਬਸ ਜਿਹੜਾ ਹੈ ਅਜੀਬੋ ਗਰੀਬ ਹੈ। ਅਸੀਂ ਤਾਂ ਸਮਾਜ ਸ਼ਾਸਤਰੀ ਪੜ੍ਹੀ ਜਾਂਦੇ ਹਾਂ, ਉਹ ਬੰਦਾ ਮਨੁੱਖ ਕਿਵੇਂ ਬਣਿਆ ਬਾਂਦਰ ਤੋਂ। ਉਹ ਸਮਾਜ ਸ਼ਾਸਤਰ ਵੀ ਜਿਹੜਾ ਉਹ ਪਾਰਟੀਆਂ ਦੇ ਹਿਸਾਬ ਦਾ ਹੁੰਦਾ ਹੈ, ਉਹ ਪਾਰਟੀਆਂ ਦੇ ਹਿਸਾਬ ਦਾ ਹੋ ਜਾਂਦਾ। ਪਾਠਕ੍ਰਮ ਬਦਲ ਰਹੇ ਨੇ, ਪਾਠਕ੍ਰਮਾਂ ਦਾ ਭਗਵਾਕਰਨ ਕੀਤਾ ਜਾ ਰਿਹਾ ਹੈ, ਯਾਨੀ ਅਸੀਂ ਔਰ ਹਿਸਟਰੀ ਨੂੰ ਮਿਥ 'ਚ ਕਨਵਰਟ ਕੀਤਾ ਜਾ ਰਿਹਾ ਹੈ। ਮਿਥ ਫੈਲਾਈ ਜਾ ਰਹੀ, ਮਨੌਤਾਂ ਫੈਲਾਈਆਂ ਜਾ ਰਹੀਆਂ ਨੇ, ਸਿਲੇਬਸਾਂ 'ਚ ਲਾਈਆਂ ਜਾ ਰਹੀਆਂ ਨੇ ਉਹ ਮਨੌਤਾਂ। ਸੋ ਉਹ ਬਹੁਤ ਵੱਡਾ ਇਸ਼ੂ ਹੈ। ਹੈਲਥ ਦਾ ਬਹੁਤ ਭਿਆਨਕ ਬੁਰੀ ਹਾਲਤ ਆ, ਭਿਆਨਕ ਦ੍ਰਿਸ਼ ਹੈ ਪੰਜਾਬ ਦੇ ਵਿੱਚ। ਹੈਲਥ ਦਾ ਬਹੁਤ ਭਿਆਨਕ ਦ੍ਰਿਸ਼ ਹੈ। ਇਹ ਪੋਲਿਟਿਕਸ ਕਰੀ ਜਾਂਦੇ ਨੇ, ਬਿਲਕੁਲ ਹੈਲਥ ਦੇ ਨਾਂ ਤੇ ਪੋਲਿਟਿਕਸ ਕਰੀ ਜਾਂਦੇ ਨੇ। ਕੈਂਸਰ ਨੇ ਖਾ ਲਿਆ ਪੰਜਾਬ ਦਾ ਜਿਹੜਾ ਮਾਲਵਾ ਏਰੀਆ ਆ, ਕੋਈ ਧਿਆਨ ਨਹੀਂ ਦੇ ਰਿਹਾ ਕਿਸੇ ਨੂੰ। ਕੋਈ ਉੱਥੇ ਪ੍ਰੋਵਰਬ ਬਣ ਗਏ ਨੇ, ਬਿਮਾਰੀਆਂ ਨਾਲ ਜੁੜੇ ਹੋਏ ਜੋ ਇਲਾਜ ਨੇ ਜਾਂ ਉਹਨਾਂ ਦੀਆਂ ਜੋ ਨਿਸ਼ਾਨ ਨੇ, ਉਹਨਾਂ ਲਈ ਪ੍ਰੋਵਰਬ ਬਣ ਗਏ ਨੇ। ਉਹ ਜੇ ਰੇਡੀਏਸ਼ਨ ਲਈ ਜਾਂਦੇ ਨੇ ਕੈਂਸਰ ਦੇ ਮਰੀਜ਼ ਲੋਕ, ਤਾਂ ਉਹਨਾਂ ਨੂੰ ਨਹੀਂ ਪਤਾ ਰੇਡੀਏਸ਼ਨ ਕੀ ਕਹਿਣਾ ਕੀ ਨਹੀਂ ਕਹਿਣਾ। ਉਹ ਕਹਿੰਦੇ ਜੀ ਕਿੱਥੇ ਗਏ ਆ, ਉਹ ਸੇਕਾ ਲਵਾਉਣ ਗਏ ਨੇ। ਯਾਨੀ ਜਿਸ ਸੁਸਾਇਟੀ 'ਚ ਬਿਮਾਰੀਆਂ ਦੇ ਇਲਾਜ ਦੇ ਆਪਣੇ ਸ਼ਬਦ ਘੜ ਲੈ ਜਾਣ, ਤਾਂ ਉਹ ਕਿੰਨਾ ਗਰਸਿਆ ਹੋਇਆ ਹੋਏਗਾ ਉਸ ਬਿਮਾਰੀ ਤੋਂ। ਕਿੰਨਾ ਮਾਇਨੇ ਨਿਕਲਦੇ ਕਿ ਲੋਕਾਂ ਨੇ ਆਤਮਸਾਤ ਕਰ ਲਿਆ, ਉਸ ਆਤਮਸਾਤ ਕਰ ਲਿਆ, ਆਪਣੇ ਸ਼ਬਦ ਘੜ ਲੈ ਕੇ ਹੁਣੇ ਹੋਣਾ ਆ ਜੈਸ। ਔਰ ਜਦੋਂ ਤੁਹਾਡੇ ਲੋਕ ਬਿਮਾਰੀ ਨੂੰ ਆਤਮਸਾਤ ਕਰ ਲੈਂਦੇ ਨੇ, ਤੁਹਾਡੀ ਹਾਲਤ ਕਿਹੋ ਜਿਹੀ ਹੋਏਗੀ ਤੁਹਾਡੇ ਸੂਬੇ ਦੀ। ਤੁਸੀਂ ਔਰ ਨਸ਼ੇ ਨੂੰ ਲੈ ਕੇ ਹੋ ਹੱਲਾ ਕੀਤਾ, ਰੌਲਾ ਪਾਇਆ। ਜਿਹੜੇ ਮਾੜਾ ਮੋਟਾ ਕੋਈ ਨਸ਼ਾ ਕਰਦੇ ਸੀਗੇ ਚੱਕ ਕੇ ਅੰਦਰ, ਤੇ ਜਿਹੜੇ ਵੇਚਦੇ ਆ ਉਹਨਾਂ ਨੇ ਰੂਪ ਬਦਲ ਕੇ ਫਿਰ ਉਹ ਲੱਗੇ ਹੋਏ ਨੇ। ਜਾਂ ਕੁਝ ਮੈਡੀਕਲ ਸਟੋਰਾਂ 'ਤੇ ਛਾਪੇ ਮਾਰੋ, 1-2 ਫੜ ਲਓ, ਤੇ ਬਾਕੀ ਜਿੱਥੇ ਵੱਡੇ ਲੈਵਲ 'ਤੇ ਕੁਝ ਹੋ ਰਿਹਾ ਆ ਉਹਨੂੰ ਕੁਝ ਕਹੋ ਹੀ ਨਾ। ਕੁੱਲ ਮਿਲਾ ਕੇ ਜਿਹੜੇ ਪ੍ਰਮੁੱਖ ਮੁੱਦੇ ਸੀਗੇ ਉਹਨਾਂ ਦੇ ਵੱਲ ਧਿਆਨ ਦਿੱਤਾ ਹੀ ਨਹੀਂ ਗਿਆ ਰਿਹਾ। ਦੇਣਾ ਚਾਹੁੰਦੀ ਹੈ ਸਰਕਾਰ, ਉਹ ਤੋਂ ਭੱਜਣਾ ਚਾਹੁੰਦੀ ਹੈ। ਪਰ ਆਨੰਦ ਸਾਹਿਬ ਇੱਕ ਚੀਜ਼ ਹੋਰ ਵੀ ਹੈ, ਇਹੀ ਕਾਂਗਰਸ ਹੈ ਜਦੋਂ ਅਕਾਲੀ ਭਾਜਪਾ ਸੱਤਾ 'ਚ ਸੀ ਤੇ ਰਾਤਾਂ ਵੀ ਵਿਧਾਨ ਸਭਾ ਦੇ ਵਿੱਚ ਕੱਟਦੇ ਹੁੰਦੇ ਸੀ, ਉੱਥੋਂ ਲਾਈਵ ਹੋ ਕੇ ਦੱਸਦੇ ਹੁੰਦੇ ਸੀ, ਆਹ ਦੇਖੋ ਜੀ ਸਾਡੀ ਬਿਜਲੀ ਕੱਟ ਦਿੱਤੀ, ਅਸੀਂ ਚਾਹੁੰਦੇ ਹਾਂ ਇਜਲਾਸ ਲੰਬਾ ਚੱਲਣਾ ਚਾਹੀਦਾ, ਆਹ ਹੋਣਾ ਚਾਹੀਦਾ। ਤੇ ਹੁਣ 70 ਲੱਖ ਦੇ ਹਿਸਾਬ ਕਿਤਾਬ ਦੱਸਣੇ ਸ਼ੁਰੂ ਕਰ ਦਿੱਤੇ ਆ ਕਾਂਗਰਸ ਨੇ। ਜਸਵੀਰ ਦੇਖੋ, 70 ਲੱਖ ਜੇ ਆਪਾਂ ਕਹੀਏ ਕਿਸ ਲਈ ਖਰਚਿਆ ਹੈ, ਜੇ ਤਾਂ ਉਹਦਾ ਫਰੂਟਫੁਲ ਯੂਜ਼ ਹੈਗੀ ਹੈ ਤਾਂ 70 ਲੱਖ ਹੀ ਇਹ ਤੇ ਕਰਦੇ ਪਏ ਨੇ। ਆਪਣੇ ਮੰਤਰੀ ਨੂੰ ਕਾਰਾਂ ਦੇ ਰਹੇ ਨੇ, ਆਪਣੇ ਵਿਧਾਇਕਾਂ ਲਈ ਨਵਾਂ ਬਿੱਲ ਲੈ ਆਏ ਨੇ ਕਿ ਉਹ ਕੋਈ ਵੀ ਅਹੁਦਾ ਲੈ ਸਕਦੇ ਨੇ। ਜੇ ਉਹ ਉਹਨਾਂ ਦਾ 84 ਲੱਖ ਮਾਫ ਕੀਤਾ ਜਾ ਸਕਦਾ ਹੈ, ਸਾਰਾ ਕੁਝ ਹੋ ਰਿਹਾ ਆ, ਤਾਂ ਫਿਰ 70 ਲੱਖ ਕੁਝ ਨਹੀਂ ਹੈਗਾ। ਜੇ ਤੁਸੀਂ, ਕਿਉਂਕਿ ਵਿਧਾਨ ਸਭਾ ਕੀ ਆ ਜਾਂ ਸੰਸਦ ਕੀ ਹੈ, ਲੋਕਤੰਤਰ ਦੇ ਜਿਹੜੇ ਜੜ ਆ ਉਹ ਹੈਗੀ ਡਿਸਕਸ਼ਨ। ਵੱਖ-ਵੱਖ ਸਿਰ ਜਿਹੜੇ ਆ ਉਹ ਬੈਠਦੇ ਨੇ,
ਔਰ ਡਿਸਕਸ ਕਰਦੇ ਨੇ ਔਰ ਉਸ ਡਿਸਕਸ਼ਨ ਤੋਂ ਬਾਅਦ ਜਿਹੜੀ ਅਸਲ 'ਚ ਭਾਵਨਾ ਹੈ ਜਮਹੂਰੀਅਤ ਦੀ, ਤਾਂ ਉਸ ਡਿਸਕਸ਼ਨ ਦੇ ਵਿੱਚੋਂ, ਉਸ ਵਿਚਾਰ ਵਟਾਂਦਰੇ ਵਿੱਚੋਂ, ਉਸ ਵਿਚਾਰ ਵਿਮਰਸ਼ ਚੋਂ ਕੁਝ ਇਸ ਤਰ੍ਹਾਂ ਦਾ ਨਿਕਲੇ ਜਿਹੜਾ ਉਸ ਸਟੇਟ ਦੇ, ਉਸ ਦੇਸ਼ ਦੇ ਲੋਕਾਂ ਦੇ ਭਲੇ ਲਈ ਹੋਵੇ। ਲੋਕ ਦੇਸ਼ ਕਿੱਦਾਂ ਡਿਵੈਲਪ ਕਰੇ। ਹੁਣ ਜਸਵੀਰ ਅੰਕੜੇ ਕੱਢ ਕੇ ਦਿੱਤੇ ਜਾਂਦੇ ਨੇ 5% ਡਿਵੈਲਪਮੈਂਟ ਹੋ ਗਈ, 7% ਵਿਕਾਸ ਤੇ, ਪਰ ਜਦੋਂ ਅਸੀਂ ਦੇਖਦੇ ਹਾਂ ਲੋਕ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਉਸ ਤੋਂ ਵੀ ਜ਼ਿਆਦਾ ਬਦਤਰ ਹੋ ਰਹੀ ਹੈ, ਤਾਂ ਉਹ ਅੰਕੜੇ ਕਿਸੇ ਕੰਮ ਦੇ ਨਹੀਂ ਹੈਗੇ। ਕਹਿਣ ਦਾ ਭਾਵ ਇਹ ਆ ਜਿਹੜੀ ਜਮਹੂਰੀਅਤ ਦੀ ਜੜ ਆ ਉਹ ਹੈਗੀ ਡਿਸਕਸ਼ਨ, ਵੱਖ-ਵੱਖ ਸਿਰ ਬੈਠਣ ਔਰ ਡਿਸਕਸ ਕਰਨ। ਔਰ ਇਸੇ ਕਰਕੇ ਹੀ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਇਹਨਾਂ ਦੀ ਪ੍ਰੋਵੀਜ਼ਨ ਰੱਖੀ ਗਈ ਸੀ ਸੰਵਿਧਾਨ ਦੇ ਵਿੱਚ। ਉਹ ਚਾਹੇ ਕਿਸੇ ਵੀ ਪਾਰਟੀ ਦੇ ਬੰਦੇ ਹੋਣ, ਕਿਸੇ ਵੀ ਪਾਰਟੀ ਦੇ ਰਿਪਰੈਜ਼ੈਂਟੇਟਿਵ ਹੋਣ, ਪਰ ਉਹ ਅਸਲ ਵਿੱਚ ਅਲਟੀਮੇਟਲੀ ਜਿਹੜੇ ਆ ਰਿਪਰੈਜ਼ੈਂਟੇਟਿਵ ਕਿਹਨਾਂ ਦੇ ਨੇ? ਦੇਸ਼ ਦੇ ਜਾਂ ਸਟੇਟ ਦੇ ਲੋਕਾਂ ਦੇ ਰਿਪਰੈਜ਼ੈਂਟੇਟਿਵ ਨੇ ਜੀ। ਜੇ ਪੰਜਾਬ ਦੇ ਵਿੱਚ 117 ਐਮਐਲਏ ਆਪਾਂ ਚੁਣ ਕੇ ਭੇਜਦੇ ਆ ਤਾਂ ਉਹ ਵੱਖ-ਵੱਖ ਪਾਰਟੀਆਂ ਦੇ ਨੇ, ਪਰ ਉਹਨਾਂ ਨੂੰ ਚੁਣਿਆ ਕਿੰਨਾ ਨੇ ਆ? ਪੰਜਾਬ ਦੇ ਲੋਕਾਂ ਨੇ। ਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਗੱਲ ਜਾ ਕੇ ਕਰਨੀ ਹੈ, ਉਹ ਚਾਹੇ 70 ਲੱਖ ਲੱਗੇ ਤੇ ਚਾਹੇ 70 ਕਰੋੜ ਲੱਗੇ। ਗੱਲ ਇਹ ਆ ਬਈ ਤੁਸੀਂ ਉਹ ਜਿਹੜੀ ਜਗ੍ਹਾ ਆ ਉਹ ਬੜੀ ਪਵਿੱਤਰ ਜਗ੍ਹਾ ਜਿਸੀ ਜਿਹਦੇ ਵਿੱਚ ਲੋਕਾਂ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਏਗਾ, ਵਰਤਮਾਨ ਕਿਸ ਤਰ੍ਹਾਂ ਦਾ ਹੋਏਗਾ। ਇਹਨਾਂ ਲਈ ਨਹੀਂ, ਇਹਨਾਂ ਲਈ ਉਹ ਗਾਲਾਂ ਕੱਢਣ ਦਾ ਸਥਾਨ ਹੈ, ਇਹਨਾਂ ਦੇ ਲਈ ਉਹ ਨਿੱਜੀ ਕੜਾਂ ਕੱਢਣ ਦਾ ਸਥਾਨ ਹੈ। ਮੈਂ ਉਹੀ ਗੱਲ ਕਹਿਣਾ ਚਾਹੁੰਦਾ ਸੀ। ਔਰ ਤੁਸੀਂ ਦੇਖੋ ਵੀ 5 ਦਿਨ ਦਾ ਇਹਨਾਂ ਨੇ ਰੱਖ ਦਿੱਤਾ, 5 ਦਿਨ ਵਿੱਚੋਂ 2 ਛੁੱਟੀਆਂ ਕਰ ਦਿੱਤੀਆਂ, 3 ਦਿਨ। ਪਹਿਲਾ ਦਿਨ ਜਿਹੜਾ ਆ ਉਹ ਵਿਛੜੀਆਂ ਰੂਹਾਂ ਨੂੰ, ਔਰ ਜਸਵੀਰ ਜਿਹਨੂੰ ਪਤਾ ਆ ਵੀ ਸਾਡਾ 70 ਲੱਖ ਰੁਪਇਆ ਲੱਗ ਰਿਹਾ ਹੈ, ਮੰਨ ਲਓ ਇੱਕ ਦਿਨ ਦਾ, ਤਾਂ ਵਿਛੜੀਆਂ ਰੂਹਾਂ ਨੂੰ 15-20 ਮਿੰਟ, ਅੱਧਾ ਘੰਟਾ ਤੁਸੀਂ ਸ਼ਰਧਾਂਜਲੀ ਦੇਤੀ ਆ। ਉਹ ਦੇਸ਼ ਨੂੰ ਸਮਰਪਿਤ ਅਸੀਂ ਮੰਨਦੇ ਆ ਵੀ ਹੈਗੇ ਨੇ, ਤਾਂ ਫਿਰ ਆਪਾਂ ਉਸ ਤੋਂ ਬਾਅਦ 1 ਘੰਟੇ, ਅੱਧੇ ਘੰਟੇ ਦੀ ਬ੍ਰੇਕ ਤੋਂ ਬਾਅਦ ਅਸੀਂ ਕਿਉਂ ਨਹੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੇ? ਮੈਂ ਅਕਸਰ ਗੱਲ ਕਰਦਾ ਵੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ ਜਾਂ ਸ਼ਹੀਦੀ ਦਿਵਸ ਆ, ਜਾਂ ਕਿਸੇ ਵੀ ਮਹਾਪੁਰਸ਼ ਦਾ ਜਨਮ ਦਿਨ ਹੈ, ਸ਼ਹੀਦੀ ਦਿਵਸ, ਜਿਹੜੇ ਦੇਸ਼ ਲਈ, ਕੌਮ ਲਈ ਕੁਛ ਕੀਤਾ ਆ, ਤਾਂ ਬਜਾਏ ਇਹਦੇ ਵੀ ਅਸੀਂ ਉਸ ਦਿਨ ਛੁੱਟੀ ਕਰੀਏ, ਉਸ ਦਿਨ ਹੋਰ ਜ਼ਿਆਦਾ ਆਪਣੇ ਦੇਸ਼ ਲਈ ਕੰਮ ਕਰੀਏ। ਹੁੰਦਾ ਕੀ ਹੈ, ਅਸੀਂ ਛੁੱਟੀਆਂ ਕਰਦੇ ਆ, ਦੇਸ਼ 1 ਦਿਨ ਪਿੱਛੇ ਪੈ ਜਾਂਦਾ ਆ। ਸਾਨੂੰ ਕੀ ਚਾਹੀਦਾ? ਜਾਪਾਨ ਦੀ ਸਾਡੇ ਕੋਲ ਉਦਾਹਰਨ ਆ, ਕੋਰੀਆ ਦੀ ਸਾਡੇ ਕੋਲ ਉਦਾਹਰਨ ਆ, ਚਾਈਨਾ ਦੀ ਸਾਡੇ ਕੋਲ ਉਦਾਹਰਨ ਆ ਵੀ ਉਹ ਜੇ ਉਹਨਾਂ ਨੇ ਸਟ੍ਰਾਈਕ ਵੀ ਕਰਨੀ ਹੈ ਤਾਂ ਉਸ ਦਿਨ ਜ਼ਿਆਦਾ ਕੰਮ ਕਰ ਦਿੰਦੇ ਨੇ ਵੀ ਜਿਹੜੀ ਉਹਨਾਂ ਦੀ ਫਰਮ ਆ, ਜਿਹੜੀ ਉਹਨਾਂ ਦੀ ਕੰਪਨੀ ਆ, ਉਹਨਾਂ ਨੂੰ ਓਵਰ ਪ੍ਰੋਡਕਸ਼ਨ ਵੀ ਹਾਂ ਵੀ ਵੱਧ ਕਰ। ਇਹਦੇ ਨਾਲ ਕੀ ਹੈ, ਦੇਸ਼ ਵੀ ਪਿੱਛੇ ਨਹੀਂ ਪੈਂਦਾ ਔਰ ਤੁਸੀਂ ਆਪਣੀ ਗੱਲ ਵੀ ਕਰ ਜਾਂਦੇ ਹੋ। ਔਰ ਇਸੇ ਤਰੀਕੇ ਨਾਲ ਇੱਥੇ ਆ ਵੀ ਅਸੀਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਸਾਨੂੰ ਪਤਾ ਆ ਸਾਨੂੰ ਆਪਣੇ ਪੰਜਾਬ ਨਾਲ ਬੜਾ ਪਿਆਰ ਆ। ਨਾ ਜੀ ਇੱਥੇ ਦੀਆਂ ਜਿਹੜੀਆਂ ਸਰਕਾਰਾਂ ਆ ਓਵਰ ਪ੍ਰੋਡਕਸ਼ਨ ਵਾਲੇ ਕੰਮ ਨੂੰ ਮੰਨਦੀਆਂ ਨਹੀਂ, ਇਹਨਾਂ ਲਈ ਪ੍ਰੋਟੈਸਟ ਜਿਹੜਾ ਦੂਜੇ ਤਰੀਕੇ ਦਾ ਜਿਹੜਾ ਆ ਉਹ ਸਾਹਮਣੇ ਆਉਂਦਾ। ਸੋ ਇਹ ਬਹੁਤ ਕਹਿ ਸਕਦੇ ਕਿ ਦੁਖਾਂਤਕ ਗੱਲ ਹੀ ਹੈ ਕਿ ਇੱਥੇ ਜਿਹੜਾ ਆ ਉਹ ਆਪਣੀ ਆਵਾਜ਼ ਬੁਲੰਦ ਕਰਨ ਲਈ ਸਾਰਾ ਕੁਝ ਜਦੋਂ ਬੰਦ ਕਰਦੇ, ਜਦੋਂ ਗਲ 'ਚ ਗੂਠਾ ਦਿੱਤਾ ਜਾਂਦਾ ਸਰਕਾਰਾਂ ਦੇ ਨਾ, ਤਾਂ ਫੇਰ ਜਾ ਕੇ ਸਰਕਾਰਾਂ ਨੂੰ ਸਮਝ ਆਉਂਦੀ ਹੈ ਕਿ ਆਹ ਗੱਲ ਇਹ ਲੋਕ ਜਿਹੜੀ ਆ ਉਹ ਕਹਿਣਾ ਚਾਹੁੰਦੇ ਆ। ਸੰਧੂ ਸਾਹਿਬ ਤੁਹਾਨੂੰ ਕੀ ਲੱਗਦਾ ਹੈ, ਕਿਉਂਕਿ ਅਕਾਲੀ ਦਲ ਵੀ ਕਹਿ ਰਿਹਾ ਆ ਕਿ ਇਜਲਾਸ ਵਧਾਇਆ ਜਾਵੇ, ਸੁਖੀ ਰੰਧਾਵਾ ਹੋਰਾਂ ਨੇ ਥੋੜਾ ਜਿਹਾ ਇਸ਼ਾਰਾ ਦਿੱਤਾ ਹੈ ਕਿ ਜੇ ਜ਼ਰੂਰਤ ਪਈ ਤਾਂ ਵਧਾਇਆ ਜਾ ਸਕਦਾ ਆ। ਆਮ ਆਦਮੀ ਪਾਰਟੀ ਵੱਲੋਂ ਖਹਿਰਾ ਧੜਾ ਵੀ ਕਹਿ ਰਿਹਾ ਆ ਇਜਲਾਸ ਵਧਾਇਆ ਜਾਵੇ, ਚੀਮਾ ਧੜਾ ਵੀ ਕਹਿ ਰਿਹਾ, ਔਰ ਇਤਫਾਕ ਦੀ ਗੱਲ ਹੈ ਇੱਕੋ ਪਾਰਟੀ ਦਾ 2 ਵਾਰੀ ਨਾਂ ਲੈਣਾ ਪੈ ਰਿਹਾ ਮੈਨੂੰ। ਇਹ ਦੋਨੋਂ ਧਿਰਾਂ ਕਹਿ ਰਹੀਆਂ ਕਿ ਜਿਹੜਾ ਇਜਲਾਸ ਲੰਬਾ ਕੀਤਾ ਜਾਵੇ। ਲੱਗਦਾ ਹੈ ਕਿ ਸਰਕਾਰ ਦੇ ਉੱਤੇ ਥੋੜਾ ਬਹੁਤਾ ਦਬਾਅ ਪਏਗਾ ਤੇ ਇਜਲਾਸ 1-2 ਦਿਨ ਲਈ ਹੋਰ ਵਧਾਇਆ ਜਾ ਸਕਦਾ ਹੈ। ਦੇਖੋ ਵਿਰੋਧੀ ਧਿਰਾਂ ਜਿਹੜੀਆਂ ਨੇ ਆਪਸ ਦੇ ਵਿੱਚ ਖਿੰਡਰੀਆਂ ਹੋਈਆਂ ਨੇ, ਸ਼ਾਇਦ ਇਹਦਾ ਵੀ ਇੱਕ ਫਾਇਦਾ ਜਿਹੜਾ ਹੈ ਉਹ ਸੱਤਾ ਵਿੱਚ ਜਿਹੜੀ ਸਰਕਾਰ ਕਾਂਗਰਸ ਹੈ ਨਹੀਂ, ਪਰ ਇਸ ਨੁਕਤੇ ਤੇ ਸਾਰੀਆਂ ਇਕੱਠੀਆਂ ਆ। ਪਰ ਇਸ ਨੁਕਤੇ ਤੇ ਇਕੱਠੀਆਂ ਜ਼ਰੂਰ ਹੈ, ਪਰ ਅਗਰ ਜੇ ਕੇਜਰੀਵਾਲ ਧੜੇ ਦੀ ਗੱਲ ਕਰੀਏ ਜਾਂ ਫਿਰ ਸੁਖਪਾਲ ਖਹਿਰੇ ਧੜੇ ਦੀ, ਤੇ ਸੁਖਪਾਲ ਖਹਿਰਾ ਧੜਾ ਤੇ ਬੈਠ ਕੇ ਪ੍ਰੋਟੈਸਟ ਕਰ ਰਿਹਾ ਹੈ, ਪਰ ਉਸ ਤੋਂ ਦੂਜਾ ਧੜਾ ਜਿਹੜਾ ਉਹ ਗਾਇਬ ਹੈ। ਉਹ ਧੜਾ ਉੱਥੇ ਨਹੀਂ ਬੈਠਾ, ਉਹਨਾਂ ਦੇ ਨਾਲ ਸ਼ਮੂਲੀਅਤ ਉਹਨੇ ਨਹੀਂ ਕੀਤੀ ਪ੍ਰੋਟੈਸਟ ਦੇ ਵਿੱਚ। HS ਫੁਲਕਾ ਸਾਹਿਬ ਕਹਿੰਦੇ ਪਏ ਸੀਗੇ ਕਿ ਉਹਨਾਂ ਨੇ ਇੱਕ ਮੰਗ ਰੱਖੀ ਸੀਗੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਅੱਜ ਟੇਬਲ ਕਰ ਦਿੱਤੀ ਜਾਂਦੀ। ਅਗਰ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਜਿਹੜਾ ਟਾਈਮ ਬਚਦਾ ਸੀਗਾ, ਥੋੜਾ ਟਾਈਮ ਬ੍ਰੇਕ ਲੈ ਕੇ ਉਸ ਤੋਂ ਬਾਅਦ ਅਗਰ ਸੈਸ਼ਨ ਦੁਬਾਰਾ ਸਟਾਰਟ ਹੁੰਦਾ, ਉਹਦੇ ਵਿੱਚ ਅਗਰ ਅੱਜ ਟੇਬਲ ਕਰ ਦਿੱਤੀ ਜਾਂਦੀ, ਨਾ ਵੀ ਉੱਤੇ ਬਹਿਸ ਹੁੰਦੀ, ਸਿਰਫ ਉਹ ਅਗਰ ਸਾਰਿਆਂ ਨੂੰ ਮਿਲ ਜਾਂਦੀ ਤੇ ਉਹ ਬੈਠ ਕੇ ਉਹਨੂੰ ਪੜ੍ਹ ਸਕਦੇ, ਪੜ੍ਹ ਕੇ ਤੇ ਉੱਤੇ ਆਪਦੇ ਜਿਹੜੇ ਵੀ ਪੁਆਇੰਟ ਸੀਗੇ ਉਹ ਉਹਨਾਂ ਕੋਲ ਹੋ ਜਾਂਦੇ। ਕਿਉਂਕਿ ਹੁਣ ਕੱਲ ਅਗਰ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਟੇਬਲ ਕੀਤੀ ਜਾਏਗੀ, ਕੱਲ ਨਹੀਂ ਮਤਲਬ ਮੰਡੇ ਨੂੰ,
ਤੇ ਉਹਨੂੰ ਉਸੇ ਟਾਈਮ ਪੜ੍ਹ ਕੇ, ਕਿਉਂਕਿ ਰਿਪੋਰਟ ਛੋਟੀ ਤੇ ਹੈ ਨਹੀਂ 500 ਸਫ਼ਿਆਂ 500 ਸਫ਼ਿਆਂ ਦੀ ਹੈ, ਤੇ ਉਸ ਨੂੰ ਉਸੇ ਵੇਲੇ ਪੜ੍ਹ ਕੇ ਫਿਰ ਉਸ ਤੋਂ ਬਾਅਦ ਉਹਦੇ ਉੱਤੇ ਬਹਿਸ ਕਰਨੀ ਜਿਹੜੀ ਹੈ, ਕਿਤੇ ਨਾ ਕਿਤੇ ਇੱਥੇ ਇੱਕ ਚੀਜ਼ ਮਨਸ਼ਾ ਹੋਰ ਕਲੀਅਰ ਹੋ ਜਾਂਦੀ ਹੈ ਅਕਾਲੀ ਦਲ ਦੀ, ਕਾਂਗਰਸ ਦੀ ਵੀ, ਕਿ ਉਹਨੇ ਅਕਾਲੀ ਦਲ ਨੂੰ ਥੋੜਾ ਬਹੁਤ ਜਿਹੜਾ ਵਾ ਡਿਫੈਂਡ ਕਰਨ ਦਾ ਮੌਕਾ ਵੀ ਤੁਹਾਨੂੰ ਇੱਥੇ ਲੱਗਦਾ ਕਿ ਮਿਲ ਜਾਣਾ। ਇਜਲਾਸ ਵਧਾਇਆ ਜਾ ਸਕਦਾ ਇਜਲਾ- ਜਾਂ ਨਹੀਂ ਵਧਾਇਆ ਜਾ ਸਕਦਾ? ਨਹੀਂ, ਇਹ ਤੇ ਚਲੋ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਥੋੜਾ ਜਿਹਾ ਇੱਕ ਸੰਕੇਤ ਦਿੱਤਾ ਹੈ, ਪਰ ਇਹ ਚੀਜ਼ ਪੂਰੀ ਸਪਸ਼ਟ ਨਹੀਂ ਕੀਤੀ ਜਾ ਸਕਦੀ। ਅਗਰ ਜੇ ਉਹਨਾਂ ਵਧਾਣਾ ਹੀ ਸੀ ਤੇ ਪਹਿਲਾਂ ਹੀ ਡਿਕਲੇਅਰ ਕਰ ਸਕਦੇ ਸੀਗੇ। ਅਗਰ ਯਾਨੀ ਕਿ ਜੇ ਨਹੀਂ ਵਧਾਇਆ ਜਾਏਗਾ ਤੁਹਾਡੇ ਮੁਤਾਬਕ, ਉਹ ਇਸ਼ਾਰੇ ਨਹੀਂ, ਜਿਹੜੇ ਮੈਂ- ਉਹ ਸਿਰਫ ਤੇ ਸਿਰਫ ਦੇਖੋ, ਵਕਤ ਟਪਾਉਣ ਲਈ ਦਿੱਤੇ ਜਾ ਰਹੇ ਆ। ਜਸਵੀਰ ਜੀ ਮੇਰੀ ਗੱਲ ਸੁਣ, ਪਤਾ ਇਹ ਜਿਹੜੇ ਅਗਰ ਜੇ ਇਹਨਾਂ ਨੇ ਵਧਾਉਣਾ ਹੁੰਦਾ ਤੇ ਪਹਿਲਾਂ ਹੀ ਕਰ ਸਕਦੇ ਸੀਗੇ। ਮੈਂ ਉਹੀ ਗੱਲ ਕਰਦਾ ਕਿ ਸਿਰਫ ਇਸ਼ਾਰੇ ਜਿਹੇ ਦਿੱਤੇ ਜਾ ਰਹੇ ਆ ਤਾਂ ਕਿ ਉਹ ਵਕਤ ਲੰਘਦਾ ਹੋ ਜਵੇ।